पंजाब दे विच जिस तरीके नाल केंद्र सरकार ने बिल थोपे हुए ने उस नूं लैके किसानां ने भी अगे संघर्ष दा राह तय किया होया है जब तक ये बिल वापस नहीं हो जाते। हुण सवाल वड्डा खड़ा है कि 3 दिन का सैशन चलिया, उस सैशन दे विचों किसानां दे कोई मुद्दे हल होए ने कि उस सैशन दे विच जो किसानां वल्लों गल्लां कहीआं गईआं सी वो रखियां ने कि सारियां ही सियासी पार्टियां विधान सभा के आस पास रहीआं ने जां 2022 नूं लैके एक रस्ता पद्धर किया जा रहा है। जिस दिन कैप्टन अमरिंदर सिंह ने भी ये गल कही सी कि सारियां पार्टियां विधान सभा दे विच सहमत हो गई सन, पर जिवें ही विधान सभा तो बाहर आए सैशन खत्म होंदा अलग अलग प्रैस कॉन्फ्रेंस करन लग पैंदे ने। सवाल कई ने पर जवाब की निकलिया कि किसानां दा इस विच कोई सिट्टा निकलिया। किसान भी अज लगातार ही प्रोटेस्ट कर रहे हैं तो उन्होंने भी कहता जब तक बिल वापस नहीं होंदे असीं धरने ते बैठांगे। आपां अज गलबात करांगे कुलजीत सिंह नागरा जी नाल जो कि फतेहगढ़ साहब के MLA ने, कांग्रेस के MLA ने, और जाणांगे कि जो सैशन चले ने उस विच कोई सिट्टा निकलिया जां किसानां दा कोई हल हो गया। नागर साहब, मैं पहला ही सवाल है कि जिस 3 दिन का सैशन चलिया, सैशन दे विच तुहानूं लगदा जां कांग्रेस सरकार नूं लगदा कि किसानां दा कोई हल हो गया? देखो, ਜਿਹੜੇ ਇਹ ਕਿਸਾਨ ਮਾਰੂ ਬਿੱਲ ਮੋਦੀ ਦੀ ਸਰਕਾਰ ਨੇ ਪੇਸ਼ ਕੀਤੇ ਔਰ ਪਾਸ ਕੀਤੇ, ਉਹਨਾਂ ਦੇ ਬਿੱਲਾਂ ਦਾ ਜਿਹੜਾ ਸਿੱਧਾ ਅਸਰ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਇੱਕਦਮ ਜੇ ਉਹ ਬਿੱਲ ਲਾਗੂ ਹੁੰਦੇ ਨੇ ਤੇ ਹੋਣਾ ਸੀ। ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਮਜ਼ਦੂਰ ਨੂੰ, ਪੰਜਾਬ ਨੂੰ ਇਸ ਗੱਲ ਦਾ ਫਾਇਦਾ ਇਹ ਹੋਇਆ कि ਉਹਦੇ ਤੇ ਪੰਜਾਬ ਸਰਕਾਰ ਵੱਲੋਂ, ਕਿਉਂਕਿ ਕੋਈ ਵੀ ਕੇਂਦਰ ਸਰਕਾਰ ਆਪ ਤੇ ਆ ਕੇ ਕਿਸੇ ਸੂਬੇ ਦੇ ਵਿੱਚ ਉਹ ਨਹੀਂ ਕਰਦੀ ਹੈਗੀ, ਮਤਲਬ ਪ੍ਰਸ਼ਾਸਨ ਨਹੀਂ ਕਰਦੀ, ਉੱਥੋਂ ਦੀਆਂ ਲੋਕਲ ਸਰਕਾਰਾਂ ਕਰਦੀਆਂ ਨੇ। ਤੇ ਪੰਜਾਬ ਦੀ ਸਰਕਾਰ ਨੇ ਸ਼ਰੇਆਮ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕਰਕੇ ਵਾਪਸ ਗਵਰਨਰ ਦੇ ਹੱਥ ਉਹਨਾਂ ਨੂੰ ਭੇਜਤਾ ਆ। ਇਹ ਫਾਇਦਾ ਇਹ ਹੈ ਕਿ ਅਸੀਂ ਉਹ ਬਿੱਲ, ਉਹ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਕਰਾਂਗੇ। ਹੁਣ ਅਗਲੀ ਗੱਲ ਕਰੀਏ, ਹੁਣ ਕਿਸਾਨ ਇਹ ਸਵਾਲ ਕਰਦੇ ਨੇ ਕਿ ਤੁਸੀਂ ਆਪਦਾ ਕੰਮ ਕਰਕੇ ਅੱਗੇ ਬਿੱਲ ਨੂੰ ਭੇਜ ਦਿੱਤਾ, ਫਿਰ ਤੁਹਾਨੂੰ ਕੀ ਲੱਗਦਾ ਕਿ ਰਾਸ਼ਟਰਪਤੀ ਜਾਂ ਗਵਰਨਰ ਇਸ ਉੱਪਰ ਮੋਹਰ ਲਗਾਉਣਗੇ? ਕਿਉਂਕਿ ਹੱਲੇ ਵੀ ਜੋ ਤੁਸੀਂ ਬਿੱਲ ਪਾਸ ਕੀਤੇ ਨੇ ਉਹਨਾਂ ਦੇ ਟੇਬਲ ਉੱਤੇ ਪਏ ਨੇ, ਹੁਣ ਅੱਗੇ ਕੀ ਹੋਏਗਾ ਫਿਰ? ਦੇਖੋ, ਗੱਲ ਇਹ ਹੈ ਕਿ ਜਦੋਂ ਵੀ ਕੋਈ ਸੰਵਿਧਾਨਕ ਢਾਂਚੇ ਦੇ ਉੱਤੇ ਹਮਲਾ ਕਰੂਗਾ, ਜਦੋਂ ਵੀ ਕੋਈ ਪੰਜਾਬ ਦੀ ਜੋ ਸਾਡੀ ਕਿਸਾਨੀ ਹੈ ਜਾਂ ਪੰਜਾਬ ਦਾ ਜਿਹੜਾ ਸਾਡਾ ਜਿਹੜੇ ਹੱਕ ਨੇ ਉਹਦੇ ਤੇ ਹਮਲਾ ਕਰੂਗਾ, ਤਾਂ ਇਹ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਰੂਪ ਦੇ ਵਿੱਚ, ਨੁਮਾਇੰਦਿਆਂ ਦੇ ਰੂਪ ਦੇ ਵਿੱਚ ਵੀ ਅਸੀਂ ਆਪਣੇ ਹੱਕਾਂ ਦੀ ਰਾਖੀ ਕਰੀਏ ਔਰ ਉਹਦੇ ਵਾਸਤੇ ਜਿਸ ਤਰ੍ਹਾਂ ਦੀ ਵੀ ਲੜਾਈ ਲੜਨੀ ਪਵੇ ਔਰ ਜਿਸ ਤਰ੍ਹਾਂ ਦਾ ਵੀ ਮਰਜ਼ੀ ਕੋਈ ਤਕਲੀਫ ਸਹਿਣੀ ਪਵੇ ਜਾਂ ਤਿਆਗ ਕਰਨਾ ਪਵੇ, ਤੇ ਉਹ ਸਾਨੂੰ ਕਿਸੇ ਗੱਲ ਦੇ ਉੱਤੇ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟਦੇ ਤੇ ਨਾ ਹੀ ਹਟਣਾ ਚਾਹੀਦਾ। ਇਹ ਸਾਡਾ ਫਰਜ਼ ਸੀਗਾ। ਰਹੀ ਗੱਲ ਅੱਗੇ ਉਹ ਕੀ ਕਰਨਗੇ, ਦੇਖੋ, ਇਹ ਦੇਸ਼ ਜਿਹੜਾ ਹੈਗਾ ਆ ਇੱਕ ਸੰਘੀ ਢਾਂਚੇ ਦੇ ਵਿੱਚ ਜਿਹੜਾ ਪੁਰਾਇਆ ਹੋਇਆ ਦੇਸ਼ ਹੈ। ਇਹਦੇ ਵਿੱਚ ਕਿਸੇ ਦਾ ਨਾਦਰਸ਼ਾਹੀ ਫਰਮਾਨ ਨਹੀਂ ਚੱਲ ਸਕਦਾ। ਇਹਦੇ ਵਿੱਚ ਹਰੇਕ ਤਰ੍ਹਾਂ ਦੇ ਹੱਕ ਤੇ ਹਕੂਕ ਦਿੱਤੇ ਗਏ ਨੇ ਔਰ ਉਹਨਾਂ ਨੂੰ ਅੱਗੇ ਜੇ ਕਿਤੇ ਤਰ੍ਹਾਂ ਦਾ ਡਿਸਪਿਊਟ ਪੈਂਦਾ ਤਾਂ ਉਹਦੇ ਵਾਸਤੇ ਅੱਗੇ ਸਾਡੇ ਕੋਲੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ, ਸਾਡੇ ਕੋਲੇ ਰਾਹ ਨੇ। ਪਰ ਸਭ ਤੋਂ ਪਹਿਲਾ ਰਾਹ ਜਿਹੜਾ ਸੀਗਾ ਅਸੀਂ ਉਹ ਅਪਣਾਇਆ ਕਿ ਪਹਿਲਾਂ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਵੱਲੋਂ ਕੀ ਗੱਲ ਆਈ, ਉਹ ਕੇਂਦਰ ਸਰਕਾਰ ਨੂੰ ਉਹ ਭੇਜਿਆ ਔਰ ਉਹ ਬਿੱਲ ਰੱਦ ਕਰਕੇ ਸਾਰਿਆਂ ਨੇ ਸਰਬਸੰਮਤੀ ਨਾਲ ਭੇਜ ਦਿੱਤੇ। ਕੇਂਦਰ ਸਰਕਾਰ ਨੂੰ ਚਾਹੀਦਾ ਆ ਕਿ ਜਦੋਂ ਐਡੇ ਵੱਡੇ ਲੈਵਲ ਦੇ ਉੱਤੇ ਇੱਕ ਵਿਰੋਧ ਹੋਇਆ ਆ ਤਾਂ ਉਹਨੂੰ ਸੰਜੀਦਗੀ ਨਾਲ ਲੈਂਦੇ ਹੋਏ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਨਹੀਂ ਤਾਂ ਬਾਕੀ ਦੇ ਰਸਤੇ ਜਨ ਅੰਦੋਲਨ ਦੇ, ਧਰਨਿਆਂ ਦੇ, ਮਤਲਬ ਲੀਗਲ, ਸਿਆਸੀ, ਸਾਰੇ ਤਰ੍ਹਾਂ ਦੇ ਰਸਤੇ ਖੁੱਲ੍ਹੇ ਹੋਏ ਨੇ ਔਰ ਕੋਈ ਰੋਕ ਥੋੜ੍ਹਾ ਸਕਦਾ ਹੈ। ਪਾਣੀ ਦੇ ਬਿੱਲ, ਪਾਣੀ ਦੇ ਜਦੋਂ ਅਸੀਂ ਐਗਰੀਮੈਂਟ ਰੱਦ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹ ਕਿਹੜਾ ਕੇਂਦਰ ਸਰਕਾਰ ਨੇ ਮੰਨ ਲਏ ਸੀ? ਉਹਦਾ ਡਿਸਪਿਊਟ ਵੀ ਚੱਲ ਹੀ ਰਿਹਾ, ਪਰ 16 ਸਾਲ ਲੰਘ ਗਏ। ਪਰ ਇੱਥੇ ਤਾਂ ਗੱਲ ਇੱਕ ਬੜੀ ਕਲੀਅਰ ਹੋ ਗਈ ਕਿ ਕਾਂਗਰਸ, ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਜੀ ਨੇ, ਰਾਹੁਲ ਗਾਂਧੀ ਜੀ ਨੇ ਔਰ ਕਾਂਗਰਸ ਪਾਰਟੀ ਨੇ ਕਹਿ ਦਿੱਤਾ ਕਿ ਇਹ ਲੜਾਈ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਵਿੱਚ ਲੜੂਗੀ ਔਰ ਜੇ ਇਹ ਮੋਦੀ ਦੀ ਅਕਲ ਟਿਕਾਣੇ ਨਹੀਂ ਆਉਂਦੀ ਤਾਂ ਦੇਸ਼ ਜਿਹੜਾ ਕਿ ਖੇਤੀ ਪ੍ਰਧਾਨ ਦੇਸ਼ ਹੈ, ਉਸ ਦਾ ਕਿਸਾਨ ਤੇ ਮਜ਼ਦੂਰ ਮੋਦੀ ਦੀ ਸਰਕਾਰ ਨੂੰ 2024 ਦੇ ਵਿੱਚ ਲਾਊਗਾ ਜਦੋਂ, ਤਾਂ ਪਹਿਲੇ ਦਿਨ ਜਿਹੜਾ ਕਦਮ ਚੁੱਕਿਆ ਜਾਊਗਾ, ਸਰਕਾਰ ਦਾ ਜਿਹੜਾ ਪਹਿਲਾ ਫੈਸਲਾ ਹੋਊਗਾ
ਉਹ ਇਹ ਕਿਸਾਨੀ ਬਿੱਲਾਂ ਨੂੰ ਰੱਦ ਕਰਨ ਦਾ ਹੋਊਗਾ, ਵਾਪਸ ਲੈਣ ਦਾ ਹੋਊਗਾ। ਸੋ ਰਾਹ ਬਹੁਤ ਨੇ, ਰਾਹ ਤਾਂ ਇੰਨੇ ਨੇ ਕਿ ਰਾਹ ਤੇ ਤੁਰਨ ਦੀ ਲੋੜ ਹੈ। ਜਦੋਂ ਤੁਸੀਂ ਆਪਣੇ ਅੰਦਰ ਇੱਕ ਫੈਸਲਾ ਕਰ ਲਿਆ ਕਿ ਅਸੀਂ ਆਪਣੇ ਹੱਕ ਦੀ ਲੜਾਈ ਲੜਨੀ ਹੈ, ਤੇ ਜਦੋਂ ਇਹ ਫੈਸਲਾ ਕਰਕੇ ਤੁਸੀਂ ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਤੁਰ ਪੈਂਦੇ ਹੋ, ਤਾਂ ਰੱਬ ਤੁਹਾਡੇ ਨਾਲ ਖੜਾ ਹੋ ਜਾਂਦਾ। ਪਾਣੀਆਂ ਦੇ ਵਿੱਚ ਤੁਰੇ ਹੀ ਸੀਗੇ ਤੇ ਰੱਬ ਖੜਾ ਹੀ ਹੋ ਗਿਆ। ਮੈਂ ਹੁਣ ਅੱਗੇ ਗੱਲ ਵਧਾਉਣਾ, ਅੱਗੇ ਸਟੈਪ ਲੈ ਕੇ ਜਾਣਾ। ਤੁਸੀਂ ਹੁਣ ਗੱਲ ਕੀਤੀ ਹੈ ਕਿ ਬਿੱਲ ਟੇਬਲ ਤੇ ਪਏ ਨੇ, ਤੁਸੀਂ ਆਪਣਾ ਕੰਮ ਕਰਤਾ, ਹੁਣ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਜੇ ਰਾਸ਼ਟਰਪਤੀ ਇਸ ਉੱਪਰ ਸਾਈਨ ਨਹੀਂ ਕਰਦੇ, ਗਵਰਨਰ ਸਾਈਨ ਨਹੀਂ ਕਰਦੇ, ਤੁਹਾਡੇ ਕੋਲ ਹੁਣ ਅੱਗੇ ਜਾ ਕੇ ਇੱਕ ਆਪਸ਼ਨ ਬਚਦੀ ਹੈ ਕੋਰਟ ਦੀ, ਤੁਸੀਂ ਕੋਰਟ ਵਿੱਚ ਜਾਓਗੇ? ਅਜੇ ਤਾਂ ਸਾਡੇ ਕੋਲ ਬੜੀਆਂ ਆਪਸ਼ਨਾਂ ਨੇ। ਸਾਡੇ ਕਿਸਾਨ ਭਰਾ, ਸਾਡੇ ਮਜ਼ਦੂਰ ਭਰਾ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਜਿੱਦਣ ਸਾਡੀ ਮੀਟਿੰਗ ਹੋਈ ਸੀ ਪੰਜਾਬ ਭਵਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਾਹਿਬ ਦੇ ਨਾਲ 31 ਜਥੇਬੰਦੀਆਂ ਦੀ, ਤਾਂ ਉਦੋਂ ਇੱਕ ਗੱਲ ਬੜੀ ਖੁੱਲ੍ਹ ਕੇ ਸਾਹਮਣੇ ਆਈ ਸੀਗੀ ਕਿ ਤੁਸੀਂ ਆਪਣਾ ਕੰਮ ਕਰੋ। ਉਦੋਂ ਕਿਸੇ ਨੇ ਵਿੱਚੋਂ ਕਹਿਤਾ ਜੀ ਗਵਰਨਰ ਨੇ ਇਹਨੂੰ ਕਰਨਾ ਨਹੀਂਗਾ, ਤੇ ਵਿੱਚੋਂ ਫਿਰ ਜਥੇਬੰਦੀਆਂ ਦੇ ਸਾਡੇ ਸਤਿਕਾਰਯੋਗ ਲੀਡਰਾਂ ਨੇ ਬੜਾ ਖੁੱਲ੍ਹੇ ਹੋ ਕੇ ਕਿਹਾ ਸੀ, ਕਹਿੰਦੇ ਵੀ ਤੁਸੀਂ ਆਪਣਾ ਕੰਮ ਕਰ ਦਿਓ, ਗਵਰਨਰ ਤੋਂ ਫਿਰ ਗਵਰਨਰ ਨਾਲ ਫਿਰ ਅਸੀਂ ਸਿਲਝਾਂਗੇ। ਤੇ ਇਕੱਲੇ ਉਹਨਾਂ ਦੇ ਨਾਲ ਅਸੀਂ ਵੀ ਖੜੇ ਹਾਂ। ਹੁਣ ਤਾਂ ਤਾਕਤ ਐਡੀ ਵੱਡੀ ਹੈ ਪੰਜਾਬ ਦੀ, ਉਹ ਚਾਹੇ ਗਵਰਨਰ ਨਾਲ ਸਿਲਝਣਾ ਪਵੇ ਤੇ ਭਾਵੇਂ ਮੋਦੀ ਨਾਲ ਦਿੱਲੀ ਜਾ ਕੇ ਲੜਨਾ ਪਵੇ, ਪਹਿਲੀ ਲੜਾਈ ਤਾਂ ਅਜੇ ਜਨ ਅੰਦੋਲਨਾਂ ਦੀ ਹੈ। ਫੇਰ ਵੇਖਾਂਗੇ ਅੱਗੇ ਕੀ ਹੁੰਦਾ ਆ। ਜਿੱਦਣ ਸਰਕਾਰ ਕਹੂਗੀ ਵੀ ਇਹ ਕਾਨੂੰਨੀ ਤੌਰ ਤੇ ਤੁਹਾਡੇ ਅੱਗੇ ਬਿੱਲ ਜਿਹੜੇ ਤੁਸੀਂ ਰੱਦ ਕੀਤੇ ਠੀਕ ਨਹੀਂ ਹੈਗੇ, ਕਾਨੂੰਨੀ ਲੜਾਈ ਸ਼ਾਇਦ ਉਹੀ ਸ਼ੁਰੂ ਕਰ ਲੈਣ ਪਹਿਲਾਂ। ਤੁਸੀਂ ਮੈਨੂੰ ਇੱਕ ਸਿੱਧਾ ਸਵਾਲ ਹੈ, ਅਤੁਲ ਸ਼ਰਮਾ ਜੀ ਨੇ, ਉਹਨਾਂ ਨੇ ਹੁਣ ਤੱਕ ਕਿੰਨੇ ਕੇਸ ਜਿੱਤੇ ਨੇ ਕਾਂਗਰਸ ਵੱਲੋਂ? ਤੁਸੀਂ ਕੋਰਟ ਵਿੱਚ ਜਾਂਦੇ ਜਿੱਤੇ ਨੇ, ਬਹੁਤ ਸਾਰੇ ਜਿੱਤੇ ਨੇ। ਉਹਨਾਂ ਦੀ ਗਿਣਤੀ ਜਿੱਦਣ ਮੇਰੇ ਤੋਂ ਪੁੱਛਣੀ ਹੋਊਗੀ ਤਾਂ ਉਹ ਕਰ ਲਿਓ। ਅਤੁਲ ਨੰਦਾ ਜੀ ਉਹ ਥੋੜਾ ਵਕੀਲ ਨੇ ਪੰਜਾਬ ਸਰਕਾਰ ਦੇ, ਮਤਲਬ ਜਿਹੜੇ ਉਹ ਤਾਂ ਐਡਵੋਕੇਟ ਜਨਰਲ ਨੇ। ਸਾਡੇ ਕੋਲੋਂ ਤਾਂ ਅਸੀਂ ਤਾਂ ਚਾਹੇ ਹਿੰਦੁਸਤਾਨ ਦੇ ਵਿੱਚੋਂ ਦੇ ਮਾਹਰ ਹੋਣ ਵਕਾਲਤ ਦੇ, ਤੇ ਚਾਹੇ ਉਹ ਸਾਨੂੰ ਕੋਈ ਬਾਹਰੋਂ ਵੀ ਲਿਆਉਣਾ ਪਵੇ, ਅਸੀਂ ਤੇ ਕੋਈ ਕਸਰ ਨਹੀਂ ਛੱਡਾਂਗੇ। ਇਹਦੇ ਵਾਸਤੇ ਇਕੱਲਾ ਮਤਲਬ ਇੱਕ ਬੰਦੇ ਦੇ ਉੱਤੇ ਤੁਸੀਂ ਸਵਾਲੀਆ ਨਿਸ਼ਾਨ ਕਰਕੇ ਉਹਦੀ ਨਾ ਗੱਲ ਕਰੋ। ਸਾਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ 7 ਸਮੁੰਦਰੋਂ ਪਾਰ ਵੀ ਜੇ ਕਿਸੇ ਕੋਲੋਂ ਚੰਗੀ ਸਲਾਹ ਮਿਲਦੀ ਹੋਈ ਤੇ ਉਹ ਆਉਂਦਾ ਹੋਇਆ ਨਾ, ਤਾਂ ਉਹਨੂੰ ਵੀ ਲੈ ਆਵਾਂਗੇ। ਹੁਣ ਜਿਸ ਤਰੀਕੇ ਨਾਲ 115 ਐਮਐਲਏ ਜਿਹੜੇ ਹੈਗੇ ਨੇ, 2 ਬੀਜੇਪੀ ਦੇ ਨੇ ਦੇ ਵਿੱਚ 115 ਐਮਐਲਏ, ਤੁਹਾਨੂੰ ਲੱਗਦਾ ਸਾਰਿਆਂ ਨੂੰ ਹੀ ਇੱਕ ਸੰਕਲਪ ਕਰਕੇ ਦਿੱਲੀ ਵੱਲ ਕੂਚ ਕਰ ਦੇਣਾ ਚਾਹੀਦਾ, ਉੱਥੇ ਜਾ ਕੇ ਪ੍ਰੋਟੈਸਟ ਕਰਨਾ ਚਾਹੀਦਾ? ਇਹ ਅਲੱਗ-ਅਲੱਗ ਵੱਖਰੀਆਂ ਕਿਉਂ ਹੁੰਦਾ ਜਾ ਰਿਹਾ? ਜਾਂ ਕਾਂਗਰਸ ਸਰਕਾਰ ਜਾਂ ਕਾਂਗਰਸ ਪਾਰਟੀ ਇਸ ਉੱਪਰ ਕਵੇ ਜਾ ਕੇ ਵੀ ਸਾਰੇ ਇਕੱਠੇ ਹੋ ਕੇ ਆਪਾਂ ਦਿੱਲੀ ਧਰਨਾ ਕਿਉਂ ਨਹੀਂ ਲਗਾਉਂਦੇ? ਕਿਉਂਕਿ ਇਹ ਵੀ ਕਿਤੇ ਨਾ ਕਿਤੇ ਕਿਸਾਨਾਂ ਵਿੱਚ ਇੱਕ ਆਵਾਜ਼ ਆ ਰਹੀ ਹੈ। ਦੇਖੋ, ਤੁਹਾਨੂੰ ਸ਼ਾਇਦ ਤੁਸੀਂ ਇਹ ਸਵਾਲ ਕੀਤਾ ਆ, ਤੁਸੀਂ ਜੇ ਤੁਹਾਡੀ ਪਿਛੋਕੜ 'ਚ ਜਾਓ ਤਾਂ ਉਦੋਂ ਹੀ ਕਹਿ ਦਿੱਤਾ ਗਿਆ ਸੀ ਵੀ ਰਾਸ਼ਟਰਪਤੀ ਕੋਲੋਂ ਟਾਈਮ ਮੰਗ ਲਿਆ ਗਿਆ ਆ। ਸਾਰੇ ਦੇ ਸਾਰੇ ਹੀ 115 ਦੇ 15 ਐਮਐਲਏਜ਼ ਵੱਲੋਂ ਹੀ ਮੰਗਿਆ ਗਿਆ ਸੀਗਾ, ਵਿਧਾਨ ਸਭਾ ਵੱਲੋਂ ਮੰਗਿਆ ਗਿਆ ਸੀਗਾ, ਚੀਫ ਮਿਨਿਸਟਰ ਵੱਲੋਂ ਮੰਗਿਆ ਗਿਆ ਸੀਗਾ ਕਿ ਅਸੀਂ ਆ ਕੇ ਤੁਹਾਡੇ ਕੋਲ ਆਪਣੀ ਗੱਲ ਰੱਖਣੀ ਚਾਹੁੰਦੇ। ਇਕੱਲੇ ਵਿਧਾਨ ਸਭਾ ਦੇ ਮੈਂਬਰ ਨਹੀਂ, ਮੈਂਬਰ ਪਾਰਲੀਮੈਂਟ ਵੀ। ਸੋ ਇਸ ਕਰਕੇ ਦਿੱਲੀ ਦੇ ਕੂਚ ਵਾਲੀਆਂ ਤਿਆਰੀਆਂ ਤਾਂ ਹੋਈਆਂ ਹੀ ਨੇ। ਉਹ ਕੂਚ ਦੇ ਵਾਸਤੇ ਜਿਹੜੇ ਸਮੀਕਰਨ ਨੇ, ਕਿਉਂਕਿ ਇਹਦੇ ਵਿੱਚ ਦੇਖੋ ਗੱਲ ਇਹ ਹੈ, ਅਸੀਂ ਸਾਰੀਆਂ ਹੀ ਧਿਰਾਂ ਨੂੰ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ, ਚਾਹੇ ਉਹ ਵਿਧਾਨਕਾਰ ਨੇ, ਚਾਹੇ ਉਹ ਪਾਰਲੀਮੈਂਟ ਮੈਂਬਰ ਨੇ, ਚਾਹੇ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਨੇ, ਚਾਹੇ ਕੋਈ ਸਿਆਸੀ ਜਥੇਬੰਦੀ ਹੈ, ਚਾਹੇ ਕੋਈ ਸਮਾਜਿਕ ਜਥੇਬੰਦੀ ਹੈ, ਚਾਹੇ ਕੋਈ ਧਾਰਮਿਕ ਜਥੇਬੰਦੀ ਹੈ। ਜਿਹੜਾ ਵੀ ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਹੈਗਾ ਆ, ਉਹਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ। ਕਿਉਂਕਿ ਇੱਕ ਗੱਲ ਤਾਂ ਬੜੀ ਕਲੀਅਰ ਹੈ, ਸਾਡੇ ਕੋਈ ਮੈਨੂੰ ਮਾੜਾ ਕਹੀ ਜਾਵੇ, ਮੈਂ ਕਿਸੇ ਨੂੰ ਮਾੜਾ ਕਹੀ ਜਾਵਾਂ, ਪਰ ਅੰਦਰੋਂ ਤਾਂ ਹਰ ਪੰਜਾਬੀ ਦਾ ਦਿਲ ਦੁਖਿਆ ਹੋਇਆ ਆ, ਔਰ ਹਰ ਪੰਜਾਬੀ ਚਾਹੁੰਦਾ ਆ ਕਿ ਪੰਜਾਬ ਦੇ ਨਾਲ ਇਹ ਧੱਕਾ ਨਾ ਹੋਵੇ, ਕਿਸਾਨ ਦੇ ਨਾਲ ਧੱਕਾ ਨਾ ਹੋਵੇ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹਰ ਪੰਜਾਬੀ ਦਾ ਦਿਲ ਦੁਖਿਆ ਆ, ਰਾਜਨੀਤੀ ਪਾਰਟੀਆਂ ਵੀ ਹੁੰਦੀਆਂ ਨੇ, ਫਿਰ ਤੁਹਾਨੂੰ ਲੱਗਦਾ ਕਿ ਇੱਥੇ ਸਿਆਸੀ ਰੋਟੀਆਂ ਨਹੀਂ ਸੇਕਣੀ ਚਾਹੀਦੀਆਂ? ਕਿਉਂਕਿ ਮੇਰਾ ਇੱਕ ਸਵਾਲ ਸੁਣ ਲਓ, ਕਿਉਂਕਿ ਆਪਾਂ ਦੇਖਿਆ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਾਂਗਰਸ ਵਾਲੇ ਵੀ ਕਰਦੇ ਨੇ, ਆਮ ਆਦਮੀ ਪਾਰਟੀ ਵਾਲੇ ਵੀ, ਫਿਰ ਪ੍ਰੈਸ ਕਾਨਫਰੰਸ ਅਲੱਗ-ਅਲੱਗ ਕਿਉਂ? ਫਿਰ ਇੱਕ ਦੂਸਰੇ ਉੱਪਰ ਬਲੇਮ ਲਗਾਉਣਾ, ਫਿਰ ਕਿਤੇ ਨਾ ਕਿਤੇ ਸਿਆਸੀ ਰੋਟੀਆਂ ਸੇਕੀ ਜਾ ਰਹੀਆਂ ਨਾ, ਦਿਲ ਦਾ ਦਰਦ ਜਿਹੜਾ ਹੈਗਾ ਉਹ ਵੀ ਸਿਆਸਤਾਂ ਹੀ ਬਾਹਰ ਆ ਰਿਹਾ। ਦੇਖੋ, ਆਪਾਂ ਰੱਬ ਤਾਂ ਹੈ ਨਹੀਂ ਗੇ, ਇਨਸਾਨ ਹੈ। ਕਿਸੇ ਦੀ ਮਾਨਸਿਕਤਾ ਜਿਹੜੀ ਹੈਗੀ ਹੈ ਉਹ ਇਸ ਗੱਲ ਦੀ ਭਾਵਨਾ ਨੂੰ ਸਮਝ ਜਾਂਦੀ ਹੈ ਕਿ ਮੈਂ ਮਤਲਬ ਆਪਣੀਆਂ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਜਾਂ ਘੱਟ ਸੇਕਣੀਆਂ ਨੇ, ਜਾਂ ਮੈਂ ਮਰਿਆਦਾ 'ਚ ਰਹਿ ਕੇ ਸੇਕਣੀਆਂ ਨੇ, ਠੀਕ ਹੈ ਨਾ। ਕੋਈ ਤਾਂ ਇਸ ਗੱਲ ਦੇ ਉੱਤੇ ਆਪਣੇ ਉੱਤੇ ਅੰਕੁਸ਼ ਲਗਾ ਲੈਂਦਾ, ਸੰਕੋਚ ਕਰ ਲੈਂਦਾ ਆ। ਕੋਈ ਵਿਚਾਰਾ ਜਿਹੜਾ ਹੈਗਾ ਆ ਉਹ ਸੋਚਦਾ ਵੀ ਸ਼ਾਇਦ ਮੈਂ ਇਹਦੇ ਤੋਂ ਹੀ ਅੱਜ 5 7 10 20 ਜਾਂ 100 ਮਤਲਬ 100 ਦਿਨਾਂ ਦੇ ਵਿੱਚ ਹੀ ਮੈਂ ਸੂਬੇ ਦਾ ਬੜਾ ਵੱਡਾ ਲੀਡਰ ਬਣ ਜਾਣਾ ਆ। ਅਤੇ ਕੋਈ ਮਤਲਬ ਜਿਹੜਾ ਹੈਗਾ ਆ ਉਹ ਇਹ ਸੋਚਦਾ ਹੈਗਾ ਕਿ ਯਾਰ ਇਸ ਗੱਲ ਦੇ ਨਾਲ ਮੇਰੀ ਗੱਲ ਨਹੀਂ ਬਣ ਰਹੀ ਹੈਗੀ, ਮੈਂ ਦੂਜੀ ਤਰ੍ਹਾਂ ਦੀ ਗੱਲ ਕਰਾਂ। ਸੋ ਗੱਲ ਇਹ ਹੈ ਵੀ ਵੱਖਰੀ ਤਰ੍ਹਾਂ ਦੇ ਜਿਹੜੇ ਆਪਾਂ ਇਨਸਾਨ ਜਿਹੜੇ ਹੈਗੇ ਨੇ ਨਾ, ਉਹਦੇ ਅੰਦਰ ਹਰ ਇਨਸਾਨ ਦੀ ਆਪਣੀ ਇੱਕ ਸੋਚ ਹੈ, ਆਪਣੀ ਉਹਦੀ ਭਾਵਨਾ ਆ।
ਪਰ ਇੱਕ ਭਾਵਨਾ ਬੜੀ ਵਧੀਆ ਆ ਜਿਹੜੀ ਮੈਨੂੰ ਸਾਰਿਆਂ 'ਚ ਨਜ਼ਰ ਆਉਂਦੀ ਹੈ, ਉਹ ਕੋਈ ਵੀ ਹੋਵੇ ਜਿਹੜੇ ਸਿਆਸੀ ਰੋਟੀਆਂ ਸੇਕ ਵੀ ਰਹੇ ਨੇ ਜਾਂ ਵੱਧ ਸੇਕ ਰਹੇ ਨੇ ਜਾਂ ਵੱਧ ਸੇਕਣ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਪੰਜਾਬ ਦਾ ਦਰਦ ਹੈ। ਔਰ ਜਦੋਂ ਇਹ ਵਾਲੀ ਚੀਜ਼ ਇਕੱਠੀ ਹੋ ਜਾਂਦੀ ਹੈ, ਰੋਟੀਆਂ ਕਿਹਦੀਆਂ ਵੱਧ ਸੇਕੀਆਂ ਜਾਣੀਆਂ ਨੇ ਜਾਂ ਤਾਂ ਪਰਮਾਤਮਾ ਜਾਣਦਾ ਜਾਂ ਪੰਜਾਬ ਦੇ ਲੋਕ ਜਾਣਦੇ ਨੇ, ਉਹ ਤਾਂ ਸਿੱਕ ਜਾਣੀਆਂ ਨੇ, ਕਈਆਂ ਦੀਆਂ ਸੜ ਜਾਣੀਆਂ ਨੇ, ਕਈਆਂ ਦੀਆਂ ਸਿੱਕ ਜਾਣੀਆਂ ਨੇ, ਕਈਆਂ ਦੇ ਹੱਥ 'ਚ ਰਹਿਣੀਆਂ ਨੇ, ਕਈਆਂ ਦੇ ਹੱਥ 'ਚ ਵੀ ਨਹੀਂ ਆਉਣੀ, ਉਹ ਰੋਟੀ ਕਿਸੇ ਨੇ ਸਿੱਕਣੀ ਹੈ, ਲੈ ਕਿਸੇ ਹੋਰ ਨੇ ਜਾਣੀ ਹੈ। ਸੋ ਗੱਲ ਇਹ ਹੈ, ਇਹ ਗੱਲ ਜਿਹੜੀ ਹੈ, ਦੇਖੋ ਸਾਨੂੰ ਕੋਈ ਵੀ ਕਦਮ ਦੇ ਉੱਤੇ ਇੱਕ ਗੱਲ ਦਾ ਵਿਚਾਰ ਕਰਨਾ ਚਾਹੀਦਾ ਕਿ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਇਹਦੇ 'ਚ, ਪੰਜਾਬ ਦੇ ਕਿਸਾਨ ਦਾ, ਪੰਜਾਬੀਅਤ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਜਦੋਂ ਅਸੀਂ ਕਿਤੇ ਇਹੋ ਜਿਹਾ ਕੰਮ ਕਰ ਦਿੰਦੇ ਆ ਜਿਹਦੇ ਨਾਲ ਪੰਜਾਬ ਤੇ ਪੰਜਾਬੀਅਤ ਦਾ, ਕਿਸਾਨੀ ਦਾ, ਮਜ਼ਦੂਰ ਦਾ ਨੁਕਸਾਨ ਹੁੰਦਾ ਹੈ, ਫਿਰ ਸਾਨੂੰ ਉਹਦੇ 'ਤੇ ਸੰਕੋਚ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸ ਰਹੇ ਸੀਗੇ, ਅਸੀਂ ਬੜੀ ਵਧੀਆ, ਦੇਖੋ ਤੁਸੀਂ ਬਿੱਲਾਂ 'ਤੇ ਉਸ ਦਿਨ ਬਹਿਸ ਚੱਲੀ, ਤਕਰੀਬਨ 7-8 ਘੰਟੇ ਚੱਲੀ ਬਹਿਸ, ਔਰ ਜਦੋਂ ਬਿੱਲ ਦੇ ਦਿੱਤੇ ਗਏ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਪਾਸ ਕਰ ਦਿੱਤਾ। ਆਪਣੀ ਬੜੀ ਵਧੀਆ ਗੱਲ ਰੱਖੀ, ਕਿਸੇ ਨੇ ਕਿਸੇ ਦੇ ਉੱਤੇ ਟਿੱਪਾ ਟਿੱਪਣੀ ਨਹੀਂ ਕੀਤੀ, ਬਹੁਤ ਘੱਟ ਹੋਈ। ਜੇ ਕੋਈ ਕਰਨ ਲੱਗਦਾ ਸੀ ਨਾ ਤੇ ਉਸੇ ਪਾਰਟੀ ਦੇ ਆਪਣੇ ਮੈਂਬਰ ਉਹਨੂੰ ਰੋਕ ਦਿੰਦੇ ਸੀ। ਮੰਨ ਲਓ ਪਾਲ ਚੀਮਾ ਨਾਲ ਤਲਖੀ ਕਾਹਦੀ ਹੋ ਗਈ ਸੀ ਉੱਥੇ ਜਾ ਕੇ? ਅਗਲੇ ਦਿਨ ਦੀ ਗੱਲ ਹੈ, ਉਹ ਅਗਲੇ ਦਿਨ ਦੀ ਗੱਲ ਹੈ ਜਿੱਦਣ ਬਿੱਲ ਪਾਸ ਹੋਏ ਨੇ ਨਾ, ਇੱਕ ਦਿਨ ਉਦੋਂ ਇੱਕ ਐਡਾ ਵਧੀਆ ਸਦਨ ਚੱਲਿਆ ਕਿ ਮੰਨ ਲਓ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਮੈਂਬਰ ਜੇ ਦੂਜੀ ਪਾਰਟੀ 'ਤੇ ਕੋਈ ਤਿੱਖੀ ਟਿੱਪਣੀ ਕਰਦਾ ਸੀ ਤੇ ਕਾਂਗਰਸੀ ਉਹਨੂੰ ਕਹਿਣ ਲੱਗ ਜਾਂਦੇ ਸੀਗੇ, ਨਾ ਯਾਰ ਅੱਜ ਇਹ ਦਿਨ ਕੰਮ ਨਹੀਂ ਕਰਨਾ। ਜੇ ਕੋਈ ਦੂਜਾ ਕਰਦਾ ਸੀ ਤੇ ਉਹਦੇ ਮੈਂਬਰ ਉਹਨੂੰ ਉਦੋਂ ਉਹ ਦਿਨ ਬੜਾ ਜਿਹੜਾ ਸੀਗਾ ਪੰਜਾਬ ਦੇ ਹਿੱਤ ਦਾ ਬਹੁਤ ਵਧੀਆ ਦਿਨ ਸੀ। ਬੜੀ ਵਧੀਆ ਬਹਿਸ ਜਿਹੜੀ ਸੀਗੀ ਹੋਈ, ਔਰ ਬੜੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਬਿੱਲ ਜਿਹੜੇ ਸੀਗੇ ਉਹ ਪਾਸ ਕਰ ਦਿੱਤੇ। ਔਰ ਉੱਥੇ ਹੀ ਇਹ ਗੱਲ ਹੋਈ ਕਿ ਆਪਾਂ ਜਾ ਕੇ ਗਵਰਨਰ ਸਾਹਿਬ ਤੋਂ ਟਾਈਮ ਲੈ ਲਿਆ ਗਿਆ, 4 ਵਜੇ ਦਾ ਟਾਈਮ ਗਵਰਨਰ ਸਾਹਿਬ ਨੇ ਦਿੱਤਾ। ਸਾਰਿਆਂ ਨੇ ਜਾ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨੇ ਜਾ ਕੇ ਇਕੱਠੇ ਹੋ ਕੇ ਜਿਹੜਾ ਉਹਨਾਂ ਨੂੰ ਬਿੱਲ ਦੀ ਕਾਪੀਆਂ ਵੀ ਦਿੱਤੀਆਂ, ਬਾਹਰ ਆ ਕੇ ਪ੍ਰੈਸ ਨੂੰ ਵੀ ਸੰਬੋਧਨ ਕੀਤਾ, ਤੁਸੀਂ ਉਹਦੇ ਵਿੱਚ ਸੀਗੇ। ਔਰ ਉਹਦੇ ਤੋਂ ਬਾਅਦ ਉੱਥੇ ਮੇਰੇ ਖਿਆਲ ਕਿਸੇ ਪ੍ਰੈਸ ਦੇ ਸਾਥੀ ਨੇ ਚੀਮਾ ਸਾਹਿਬ ਨੂੰ, ਜਿਹੜੇ ਵਿਰੋਧੀ ਧਿਰ ਦੇ ਨੇਤਾ ਆਪ ਵਾਲੇ ਹੈਗੇ ਨੇ, ਉਹਨਾਂ ਨੂੰ ਇਹ ਸਵਾਲ ਵੀ ਕੀਤਾ ਵੀ ਤੁਸੀਂ ਤਾਂ ਧਰਨਾ ਮਾਰਿਆ ਹੋਇਆ ਸੀਗਾ ਵੀ ਤੁਹਾਨੂੰ ਕਾਪੀਆਂ ਨਹੀਂ ਮਿਲੀਆਂ ਤੇ ਤੁਹਾਨੂੰ ਹੁਣ ਤੁਸੀਂ ਕੀ ਕਹਿੰਦੇ? ਉਹਨਾਂ ਨੇ ਕਿਹਾ ਵੀ ਸਾਨੂੰ ਸਵੇਰੇ ਕਾਪੀਆਂ ਮਿਲ ਗਈਆਂ ਸੀ, ਹੁਣ ਸਾਡੇ ਸਾਰੇ ਸ਼ੰਕੇ ਦੂਰ ਹੋ ਗਏ ਆ। ਇਹ ਗੱਲ ਉੱਥੇ ਕਹੀ ਗਈ ਕਿਉਂਕਿ ਉਦੋਂ ਤੱਕ ਭਾਵਨਾ ਜਿਹੜੀ ਸੀਗੀ ਉਹ ਭਾਵਨਾ ਪੰਜਾਬੀਅਤ ਦੇ ਨਾਲ ਸੀਗੀ, ਕਿਸਾਨੀ ਦੇ ਨਾਲ ਸੀਗੀ। ਉਹਦੇ ਵਿੱਚ ਸਿਆਸੀ ਗੱਲਾਂ ਤੋਂ ਅਸੀਂ ਉੱਤੇ ਉੱਠੇ ਹੋਏ ਸੀ ਸਾਰੀਆਂ ਪਾਰਟੀਆਂ। ਪਰ ਜਿਵੇਂ ਹੀ ਉੱਥੋਂ ਨਿਕਲੇ ਹਾਂ ਅਸੀਂ, ਅਗਲਾ ਦਿਨ ਆਇਆ ਹੈਗਾ ਆ, ਪਤਾ ਨਹੀਂ ਰਾਤ ਨੂੰ ਕੀ ਮੈਨੂੰ ਨਹੀਂ ਸਮਝ ਲੱਗੀ ਵੀ ਰਾਤ ਨੂੰ ਕਿਹੜੀ ਇਹੋ ਜਿਹੀ ਘਟਨਾਵਾਂ ਵਾਪਰ ਗਈਆਂ। ਰਾਤੋਂ ਰਾਤ ਪਤਾ ਨਹੀਂ ਦਿੱਲੀ ਤੋਂ ਤਾਰਾਂ ਖੜਕੀਆਂ ਨੇ ਜਾਂ ਕਿੱਥੋਂ ਤਾਰਾਂ ਖੜਕੀਆਂ ਨੇ ਜਾਂ ਕਿੰਨਾਂ ਨਾਲ ਕਿਹੋ ਜਿਹੀਆਂ ਗੱਲਾਂ ਹੋਈਆਂ ਨੇ, ਜਾਂ ਪਤਾ ਨਹੀਂ ਕਿੱਥੇ ਨੇ ਉਹਨਾਂ ਨੂੰ ਕੀ ਭਰਮ ਭੁਲੇਖਾ ਪਾਤਾ ਕਿ ਤੁਸੀਂ ਪਤਾ ਨਹੀਂ ਇਹਦੇ ਵਿੱਚ ਤੁਹਾਡਾ ਨੁਕਸਾਨ ਹੋ ਜਾਊਗਾ, ਸਿਆਸੀ ਨੁਕਸਾਨ ਹੋ ਜਾਊਗਾ ਜੇ ਤੁਸੀਂ ਇਹਦੇ ਹਾਮੀ ਰਹਿ ਗਏ ਜਾਂ ਤੁਸੀਂ ਇਹਦੇ ਵਿੱਚ ਇੱਦਾਂ ਕਰ ਲਿਆ। ਅਗਲੇ ਦਿਨ ਭਗਵੰਤ ਮਾਨ ਜੀ ਵੀ ਵਿਧਾਨ ਸਭਾ ਦੇ ਬਾਹਰ ਪਹੁੰਚ ਗਏ, ਅੰਦਰ ਤਾਂ ਆਏ ਨਹੀਂ, ਬਾਹਰ ਹੀ ਖੜੇ ਹੋ ਗਏ ਤੁਹਾਡੇ ਪੱਤਰਕਾਰਾਂ ਨਾਲ। ਜਿਉਂ ਲੱਗੇ ਅਸੀਂ 4 ਘੰਟੇ ਵਿਧਾਨ ਸਭਾ ਚਲਾਈ, 4 ਘੰਟੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸੁਖਬੀਰ ਸਿੰਘ ਬਾਦਲ ਤਾਂ 3 ਤੇ 4 ਦਿਨ ਬੋਲੇ ਹੀ ਨਹੀਂ ਗਏ, ਨਾ ਤਾਂ ਉਸ ਦਿਨ ਬੋਲੇ ਜਿੱਦਣ ਬਿੱਲ ਪਾਸ ਰੱਦ ਕੀਤੇ, ਨਾ ਅਗਲੇ ਦਿਨ ਬੋਲੇ। ਉਸ ਤੋਂ ਅਗਲੇ ਦਿਨ ਸ਼ਾਇਦ ਪਤਾ ਨਹੀਂ ਬੋਲੇ ਕਿ ਨਹੀਂ ਬੋਲੇ, 3 ਦਿਨਾਂ ਬਾਅਦ ਉਹਨਾਂ ਦਾ ਬਿਆਨ ਆਉਂਦਾ ਆ ਕਿ ਨਹੀਂ ਜੀ ਇਹ ਤਾਂ ਗੱਲ ਗਲਤ ਹੋ ਗਈ ਹੈ। ਕਮਾਲ ਹੋ ਗਈ, ਮੈਂ ਤਾਂ ਹੈਰਾਨ ਹੋ ਗਿਆ ਇਹਨਾਂ ਗੱਲਾਂ ਨੂੰ ਸੁਣ ਕੇ। ਦੇਖੋ ਸਿਆਸਤ ਇੱਕ ਪਾਸੇ ਹੈ, ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਗਿਰਗਿੱਟ ਜਿਹੜੀ ਹੈ ਉਹਨੂੰ ਰੰਗ ਬਦਲਦਿਆਂ ਮੈਂ ਸਿੱਧੇ ਰੂਪ 'ਚ ਨਹੀਂ ਦੇਖਿਆ, ਪਰ ਮੈਂ ਇੱਕ ਵੀਡੀਓ ਦੇ ਵਿੱਚ ਦੇਖਿਆ ਉਹਨੂੰ ਵੀ ਗਿਰਗਿੱਟ ਕਿਵੇਂ ਰੰਗ ਬਦਲਦੀ ਹੈ। ਮੈਨੂੰ ਇਹ ਤਾਂ ਅਸੀਂ ਕਹਾਵਤ ਸੁਣਦੇ ਹੁੰਦੇ ਸੀ ਵੀ ਗਿਰਗਿੱਟ ਵਾਂਗੂ ਰੰਗ ਬਦਲਦੇ ਆ। ਉਹਨੂੰ ਮੈਨੂੰ ਇੱਕ ਵਾਰੀ ਕਿਸੇ ਤੇ ਮੈਨੂੰ ਵੀਡੀਓ ਭੇਜੀ ਪਿਆ ਗਿਰਗਿੱਟ ਇੱਦਾਂ ਰੰਗ ਬਦਲਦੀ ਹੈ। ਉਹਨੂੰ ਤਾਂ ਮੈਂ ਦੇਖਿਆ ਸੀ, ਪਰ ਬੰਦਿਆਂ ਨੂੰ ਅਮਲੀ ਰੂਪ ਦੇ ਵਿੱਚ, ਇਨਸਾਨ ਨੂੰ ਅਮਲੀ ਰੂਪ ਦੇ ਵਿੱਚ ਰੰਗ ਬਦਲਦਿਆਂ ਮੈਂ ਪਹਿਲੀ ਵਾਰੀ ਵੇਖਿਆ ਹੈ। ਇਸੇ ਨੂੰ ਸਿਆਸਤ ਕਹਿੰਦੇ ਨੇ, ਇਸ ਨੂੰ ਸਿਆਸਤ ਕਿਹਾ ਜਾਂਦਾ। ਤੁਸੀਂ ਸਿਆਸਤ ਕਹਿ ਲਓ ਜਾਂ ਗਿਰਗਿੱਟ ਕਹਿ ਲਓ, ਇੱਕੋ ਹੀ ਗੱਲ ਹੈਗੀ ਹੈ। ਪਰ ਮੈਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਬਦਲਦਿਆਂ ਦੇਖਿਆ ਕਿ ਉਹ 15 ਜੂਨ ਨੂੰ ਗੱਲ ਹੋਰ ਕਹਿ ਰਹੇ ਨੇ ਤੇ 25 ਸਤੰਬਰ ਨੂੰ ਮੇਰੇ ਖਿਆਲ ਦੇ ਵਿੱਚ ਬਿਲਕੁਲ ਗੱਲ ਹੋਰ ਹੀ ਕਹਿ ਰਹੇ ਨੇ। ਪਹਿਲਾਂ ਬਿੱਲਾਂ ਦੀ ਵਾਹਵਾ ਕਰ ਰਹੇ ਸੀਗੇ ਕਿ ਬਹੁਤ ਵਧੀਆ ਬਿੱਲ ਨੇ, ਮੈਂ ਇੱਕ ਸ਼ਬਦ ਪੜ੍ਹ ਲਿਆ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਕਿਸਾਨਾਂ ਦੇ ਖਿਲਾਫ ਨਹੀਂ, ਤੇ ਪਾਰਲੀਮੈਂਟ ਦੇ ਵਿੱਚ ਤੇ ਹੁਣ ਉਹ ਕਹਿੰਦੇ ਜੀ ਵੀ ਸਾਨੂੰ ਤਾਂ ਬਿੱਲ ਵਿਖਾਏ ਹੀ ਨਹੀਂ ਗਏ ਤੇ ਸਾਨੂੰ ਕੁਝ ਦੱਸਿਆ ਹੀ ਨਹੀਂ ਗਿਆ। ਇਹ ਜਿਹੜੀ ਦੋਹਰੀ, ਚਲੋ ਅਸੀਂ ਪੰਜਾਬ ਦੇ ਲੋਕਾਂ ਨੇ ਨਾ, ਅਸੀਂ ਵੀ ਸਾਰਿਆਂ ਨੇ ਜਦੋਂ ਵਿਧਾਨ ਸਭਾ ਦੇ ਅੰਦਰ ਰੱਦ ਕਰ ਦਿੱਤੇ ਬਿੱਲ,
ਤਾਂ ਇਹ ਫੈਸਲਾ ਕਰ ਲਿਆ ਸੀਗਾ ਵੀ ਆਪਾਂ ਹੁਣ ਇਕੱਠੇ ਕੇਂਦਰ ਦੇ ਖਿਲਾਫ ਲੜਾਈ ਲੜਾਂਗੇ। ਯਾਰ ਕੇਂਦਰ ਦੇ ਖਿਲਾਫ ਲੜਾਈ ਲੜਨ ਦੀ ਥਾਂ ਦੇ ਉੱਤੇ ਇਹ ਤਾਂ ਇੱਥੇ ਸਾਡੇ ਨਾਲ ਹੀ ਲੜਾਈ ਲੜਨ ਲੱਗ ਗਏ ਨੇ। ਇਹ ਕੀ ਕਿਤੇ ਉੱਤੋਂ ਕੋਈ ਇਹੋ ਜਿਹਾ ਫਿਰ ਦੁਬਾਰਾ ਤੋਂ ਸਾਂਝ ਪੈਣੀ ਤਾਂ ਨਹੀਂ ਸ਼ੁਰੂ ਹੋ ਗਈ? ਥੋੜੇ ਅਕਾਲੀ ਦਲ ਦੀ ਬੀਜੇਪੀ ਨਾਲ ਕਹਿੰਦੇ ਹੋ? ਹਾਂ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਥੋੜਾ ਬਹੁਤਾ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਮੈਨੂੰ ਤੁਸੀਂ ਪਤਾ ਨਹੀਂ ਕਿ ਇੱਕ ਦਿਨ ਕਹਿ ਰਹੇ ਸੀਗੇ ਕਿਤੇ ਪ੍ਰੈਸ ਕਾਨਫਰੰਸ 'ਚ ਵੀ ਈਡੀ ਨੇ ਫਿਰ ਉਹ ਮਜੀਠੀਆ ਸਾਹਿਬ ਵਾਲਾ ਕੇਸ ਖੋਲ੍ਹ ਲਿਆ ਹੈ ਸ਼ਾਇਦ। ਉਹਨਾਂ ਦੇ ਬੇਟੇ ਦਾ ਖੋਲ੍ਹਿਆ, ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਦਾ ਵੀ ਖੋਲ੍ਹਿਆ ਅੱਜ ਉਹਨਾਂ ਨੂੰ। ਉਹ ਤਾਂ ਅੱਜ ਆਇਆ ਨਾ, ਇੱਕ ਦਿਨ ਪਹਿਲਾਂ ਕਹਿੰਦੇ ਜੀ ਈਡੀ ਦਾ ਵੀ ਕੋਈ ਮਜੀਠੀਆ ਸਾਹਿਬ ਨੂੰ ਵੀ ਕੋਈ ਇੱਕ ਉਹਨਾਂ ਨੇ ਉਹ ਹਿੰਟ ਦੇਤਾ ਵੀ ਐਸਜੀਪੀਸੀ ਦੀ ਇਲੈਕਸ਼ਨ ਅਸੀਂ ਕਰਾਉਣੀ ਹੈ। ਇੱਕ ਅੱਧਾ ਕੋਈ ਹੋਰ ਕੰਮ ਕੋਈ ਸੀਬੀਆਈ ਵਾਲੇ ਨੂੰ ਵੀ ਕਹਿਤਾ, ਜਿਹੜੇ ਉਹ ਬਰਗਾੜੀ ਵਾਲੇ ਕੇਸਾਂ ਦੇ ਮਾਮਲੇ ਦੇ ਵਿੱਚ ਵੀ ਮੈਨੂੰ ਲੱਗਦਾ ਆ ਵੀ ਦੁਬਾਰਾ ਤੋਂ ਫਿਰ ਕੋਈ ਨਾ ਕੋਈ ਤੰਦਾਂ ਜਿਹੜੀਆਂ ਹੈਗੀਆਂ ਨੇ ਉਹ ਹਿੱਲਣੀਆਂ ਸ਼ੁਰੂ ਹੋ ਗਈਆਂ ਨੇ। ਅੱਜ ਫਿਰ ਸੁਖਬੀਰ ਸਿੰਘ ਬਾਦਲ ਜੀ ਦਾ ਬਿਆਨ ਆਇਆ ਕਿ ਕਿਸੇ ਵੀ ਤਰੀਕੇ ਨਾਲ ਨਾ ਅੱਜ ਨਾ ਕੱਲ੍ਹ ਨਾ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨਾਲ ਸਾਡਾ ਗੱਠਜੋੜ ਨਹੀਂ ਹੋਏਗਾ। ਅੱਜ ਹੀ ਬਿਆਨ ਆਇਆ ਤਾਂ ਆ, ਫਿਰ ਤੁਸੀਂ ਕਹਿ ਦਿਓ ਕਿ ਕਿਤੇ ਨਾ ਕਿਤੇ ਅੰਦਰ ਤਾਰਾਂ ਲੱਗਦੀਆਂ ਨੇ। ਨਹੀਂ ਪਤਾ ਕੀ ਹੈ, ਬਿਆਨ ਤਾਂ ਬਿਆਨ ਸਿਆਸੀ ਜਿਹੜੇ ਇਹੋ ਜਿਹੇ ਲੀਡਰ ਹੈਗੇ ਨੇ, ਚਾਹੇ ਕੇਜਰੀਵਾਲ ਹੈ, ਸੁਖਬੀਰ ਸਿੰਘ ਬਾਦਲ ਨੇ ਕਿੰਨੀ ਵਾਰੀ ਬਦਲੇ ਨੇ। ਅਜੇ ਤੇ 15 ਜੂਨ ਦਾ ਬਿਆਨ ਹੋਰ ਹੈ, 25 ਸਤੰਬਰ ਦਾ ਬਿਆਨ ਹੋਰ ਹੈ। 15 ਜੂਨ ਨੂੰ ਕਹਿ ਰਿਹਾ ਕਿ ਇੱਦਾਂ ਦਿਖਾ ਕੇ ਕਹਿ ਰਿਹਾ, ਉਹ ਮੈਂ ਵੀਡੀਓ ਦੇਖੀ ਸੀਗੀ ਤੁਹਾਡੇ ਚੈਨਲ 'ਤੇ ਹੀ ਦੇਖੀ ਸੀ, ਜਿਹ 'ਚ ਦਿਖਾ ਕੇ ਕਹਿ ਰਿਹਾ ਕਿ ਮੈਂ ਆਹ ਵੇਖ ਲਓ ਇੱਕ ਚੀਜ਼ ਪੜ੍ਹ ਲਈ, ਮੈਨੂੰ ਤਾਂ ਇਹਦੇ 'ਚ ਕਿਸਾਨ ਮਾਰੂ ਕੋਈ ਗੱਲ ਨਹੀਂ ਲੱਗਦੀ। ਤੇ 25 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਤੇ ਬਾਹਰ ਆ ਕੇ ਕਹਿ ਰਿਹਾ ਕਿ ਲੁੱਟ ਗਏ ਪੰਜਾਬ ਦੇ ਲੋਕੋ, ਸਾਨੂੰ ਤਾਂ ਕੁਝ ਵਿਖਾਇਆ ਹੀ ਨਹੀਂ ਗਿਆ, ਤੇ ਇਹ ਤੇ ਜਿਹੜਾ ਅਸੀਂ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ, ਅਸਤੀਫਾ ਦੇ ਕੇ ਆਉਣ ਲੱਗੇ ਹਾਂ। ਬਿਆਨ ਬਦਲਣੇ ਕਿੰਨੇ ਮਹੀਨੇ ਲੱਗੇ? ਜੂਨ, ਜੁਲਾਈ, ਅਗਸਤ ਤੇ ਸਤੰਬਰ, 3 ਮਹੀਨੇ ਵੀ ਪੂਰੇ ਨਹੀਂ ਹੋਏ ਤੇ ਬਿਆਨ ਬਦਲ ਗਏ। ਤੇ ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਮਜੀਠੀਆ ਜਿਹੜਾ ਹੈਗਾ ਆ ਉਹ ਤਸਕਰ ਆ, ਡਰੱਗ ਤਸਕਰ ਹੈ, ਸਭ ਤੋਂ ਵੱਡਾ ਜਿਹੜਾ ਹੈਗਾ ਇਹ ਨਸ਼ਿਆਂ ਦਾ ਵਪਾਰੀ ਆ, ਸੌਦਾਗਰ ਆ, ਤੇ ਉਹਦੇ ਖਿਲਾਫ ਜਦੋਂ ਉਹਨਾਂ ਨੇ ਮਜੀਠੀਆ ਨੇ ਉਹਨਾਂ ਨੇ ਮਾਨਹਾਨੀ ਦਾ ਕੇਸ ਦਰਜ ਕਰਤਾ ਤੇ ਮੁੜ ਕੇ ਮਾਫੀ ਮੰਗ ਕੇ। ਯਾਰ ਬਿਆਨ ਬਦਲਦਿਆਂ ਕਿਹੜਾ ਪਤਾ ਲੱਗਦਾ? ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀਗੇ ਜਦੋਂ ਅੰਨਾ ਹਜ਼ਾਰੇ ਦੀ ਕੰਪੇਨ ਉਹਦੀ ਸੀਗੀ ਐਜੀਟੇਸ਼ਨ ਚੱਲਦੀ, ਉਦੋਂ ਕਹਿੰਦੇ ਹੁੰਦੇ ਸੀ ਵੀ ਨਾ ਅਸੀਂ ਸਿਆਸੀ ਲੋग हम सियासी लोग नहीं है, हमने वोटें नहीं लेनी है, हमने तो सरकारों को बताना है कि ये कैसे लोगों के हकों के साथ अन्याय हो रहा है। तो मुड़ के एक दिन पता लग गया जिस दिन केजरीवाल साहब ने बयान देता कि नहीं जी अब हम सियासी पार्टी बनाएंगे और चुनाव लड़ेंगे और हमारा चुनाव चिन्ह झाड़ू होगा। मेरी गल सुनो, ये की सुखबीर साहब बादल साहब कह देंगे ਵੱਡੇ ਬਾਦਲ ਤੋਂ ਬਿਆਨ ਹੀ ਕਰਾਉਣਾ, ਉਹ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ, ਉਹਨੂੰ ਭੁੱਲਿਆ ਨਹੀਂ ਮੰਨੀ ਦਾ। ਇਹਨਾਂ ਨਾਲ ਤਾਂ ਸਾਡੀ ਪਿਛਲੇ ਕਈ ਲੰਬੀ ਸਾਂਝ ਹੈ, ਫਿਰ ਇਹ ਵਾਜਪਾਈ ਤੋਂ ਤੁਰ ਪੈਣਗੇ ਵੀ ਐਡੀ ਲੰਬੀ ਸਾਂਝ ਹੈ, ਚਲੋ ਵਿੱਚ ਮਾੜੀ ਮੋਟੀ ਕਿਤੇ ਖਟਾਸ ਆ ਹੀ ਜਾਂਦੀ ਹੈ। ਸੋ ਇਸ ਕਰਕੇ ਗੱਲਾਂ ਜਿਹੜੀਆਂ ਨੇ ਨਾ, ਦੇਖੋ ਜਿਹੜੇ ਬੰਦੇ ਡਬਲ ਸਪੀਕ ਕਰਦੇ ਹੋਣ ਔਰ ਉਹਨਾਂ ਦਾ ਕਰੈਕਟਰ ਹੋਵੇ ਇੱਦਾਂ ਦਾ, ਤੁਸੀਂ ਉਹੋ ਜਿਹੇ ਸਵਾਲ ਨਾ ਉਹਨਾਂ ਦੇ ਉੱਤੇ ਇੱਦਾਂ ਦਾ ਇੰਨਾ ਵਿਸ਼ਵਾਸ ਨਾ ਕਰਿਆ ਕਰੋ। ਤੁਹਾਨੂੰ ਵੀ ਹੁਣ ਸਵਾਲ ਕਰਨਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਵੱਲੋਂ ਵੀ ਈਡੀ ਨੂੰ ਅੱਜ ਪੁੱਛਤਾਛ ਲਈ ਬੁਲਾਇਆ ਗਿਆ, ਫਿਰ ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਨੇ ਹੁਣ ਇੱਕ ਪੱਤਾ ਖੇਡਤਾ ਸਿਆਸਤ ਵਾਲਾ ਕਿ ਬਿੱਲ ਜਿਹੜੇ ਹੈਗੇ ਨੇ ਪੰਜਾਬ 'ਚ ਰੱਦ ਕਰ ਦਿੱਤੇ ਗਏ ਨੇ, ਇਸ ਦਾ ਦਬਾਅ ਹੋਏਗਾ ਕਿਤੇ ਨਾ ਕਿਤੇ? ਮੈਂ ਇੱਕ ਗੱਲ ਦੱਸਾਂ, ਇਸ 2016 'ਚ ਵੀ ਬੁਲਾਇਆ ਸੀਗਾ, 4 ਸਾਲ ਬਾਅਦ ਨੀਂਦ ਖੁੱਲੀ ਅਮਿਤ ਸ਼ਾਹ ਦੀ ਤੇ ਮੋਦੀ ਦੀ। ਮੈਨੂੰ ਇੱਕ ਗੱਲ ਦੱਸੋ ਵੀ ਇੱਦਾਂ ਡਰ ਜੂਗਾ ਕੋਈ? ਤੇ ਹੁਣ ਤਾਂ ਡਰਾਂ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਗੱਲ ਸੁਣੋ, ਇਹ ਪੰਜਾਬ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ, ਇੱਥੇ ਗੁਰੂ ਗੋਬਿੰਦ ਸਿੰਘ ਦਾ ਆਸ਼ੀਰਵਾਦ ਵੀ ਉਸ ਪਰਿਵਾਰ ਨੂੰ ਹੈਗਾ, ਤੇ ਮੈਨੂੰ ਨਹੀਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਕੋਈ ਡਰਨ ਵਾਲਾ ਵਿਅਕਤੀ ਹੈ, ਔਰ ਉਹ ਵੀ ਇਹਨਾਂ ਗਿੱਦੜ ਭਵਕੀਆਂ ਤੋਂ। ਤੇ ਜੇ ਉਹਨੂੰ ਕੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਸੋਚਿਆ ਨਹੀਂ ਹੋਊਗਾ ਵੀ ਜੇ ਮੈਂ ਬਿੱਲ ਰੱਦ ਕਰੂੰਗਾ ਤੇ ਮੇਰੇ ਨਾਲ ਇੱਦਾਂ ਹੋ ਸਕਦਾ? ਇਹ ਕੋਈ ਪਹਿਲੀ ਵਾਰੀ ਹੋ ਰਿਹਾ? ਮੁੱਖ ਮੰਤਰੀ ਜਦੋਂ ਪਿੱਛੇ ਰਾਜਸਥਾਨ ਵਾਲੇ ਦੀ ਸਰਕਾਰ ਤੋੜਨ ਲੱਗੀ ਸੀ ਤੇ ਉਦੋਂ ਈਡੀ ਨੇ ਉਹਦੇ ਅਸ਼ੋਕ ਗਹਿਲੋਤ ਜੀ ਦੇ ਭਰਾ ਨੂੰ ਤੇ ਹੋਰ ਉਹਦੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੂੰ ਸਾਰਿਆਂ ਨੂੰ ਈਡੀ ਤੇ ਸੀਬੀਆਈ ਤੇ ਸਾਰਾ ਕੁਝ ਕੀਤਾ ਸੀ ਨਾ। ਤੇ ਕੀ ਕਰਨਾਟਕ ਦੀ ਜਦੋਂ ਸਰਕਾਰ ਤੋੜੀ ਸੀ ਤੇ ਉਦੋਂ ਈਡੀ ਦਾ ਉਹ ਜਿਹੜਾ ਸਾਡਾ ਉੱਥੋਂ ਦਾ ਬਹੁਤ ਤਗੜਾ ਲੀਡਰ ਸੀ ਉਹਦੇ ਨਾਲ ਕੀਤਾ ਹੀ ਸੀ ਨਾ। ਤੇ ਕੀ ਮੱਧ ਪ੍ਰਦੇਸ਼ ਦੇ ਵਿੱਚ ਕੀਤਾ ਹੀ ਸੀ ਨਾ। ਤੇ ਇਸੇ ਤਰੀਕੇ ਦੇ ਨਾਲ ਹੋਰ ਗਾਂਧੀ ਪਰਿਵਾਰ ਦੇ ਵਾਰਡਰਾਂ ਨੂੰ ਕੀਤਾ ਹੀ ਹੋਇਆ ਨਾ। ਤੇ ਕੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਚੁੱਪ ਕਰ ਗਿਆ ਬੋਲਣ ਤੋਂ? ਇਹ ਯਾਰ ਮੇਰੀ ਗੱਲ ਸੁਣੋ, ਇਹ ਗਿੱਦੜ ਭਵਕੀਆਂ ਜਿਹੜੀਆਂ ਨੇ ਔਰ ਜਿਹੜੇ ਇਹ ਡਰਾਬੇ ਨੇ ਨਾ, ਇਹ ਕਮਜ਼ੋਰ ਵਿਅਕਤੀਆਂ ਲਈ ਹੁੰਦੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਿਸ ਤਰੀਕੇ ਨਾਲ ਸੈਸ਼ਨ ਚੱਲਿਆ ਸੀ, ਜੇਬ 'ਚੋਂ ਅਸਤੀਫਾ ਕੱਢ ਕੇ ਦਿਖਾਇਆ ਸੀ ਕਿ ਕਿਸਾਨਾਂ ਦੇ ਹੱਕ ਲਈ ਮੈਂ ਅਸਤੀਫਾ ਦੇਣ ਲਈ ਵੀ ਤਿਆਰ ਹੈਗਾ, ਮੈਂ ਤਾਂ ਬਿੱਲ ਰੱਦ ਕਰਕੇ ਛੱਡੂੰਗਾ। ਫਿਰ ਤੁਹਾਨੂੰ ਲੱਗਦਾ ਕਿ ਲੋੜ ਪੈਣ 'ਤੇ ਕੈਪਟਨ ਸਾਹਿਬ ਅਸਤੀਫਾ ਦੇ ਸਕਦੇ ਨੇ? ਉਹਨਾਂ ਨੇ ਇਹ ਕਿਹਾ ਸੀਗਾ
ਕਿ ਕਿਸੇ ਨੇ ਪੁੱਛਿਆ ਸੀ ਤੁਹਾਡੇ ਪੱਤਰਕਾਰ ਸਾਥੀ ਨੇ ਕਿ ਕੀ ਕੈਪਟਨ ਸਾਹਿਬ ਤੁਹਾਡੀ ਸਰਕਾਰ ਕੇਂਦਰ ਸਰਕਾਰ ਤੋੜ ਸਕਦੀ ਹੈ, ਪ੍ਰੈਜ਼ੀਡੈਂਟ ਰੂਲ ਲਗਾ ਸਕਦੀ ਹੈ? ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਰੂਲ ਲਗਾਉਣ ਦੀ ਕੀ ਲੋੜ ਹੈ। ਉਹ ਮੈਨੂੰ ਸੁਨੇਹਾ ਭੇਜਣ, ਮੇਰੀ ਜੇਬ 'ਚ ਅਸਤੀਫਾ, ਮੈਂ ਉਸੇ ਵੇਲੇ ਪਹਿਲਾਂ ਹੀ ਅਸਤੀਫਾ ਦੇ ਦੂੰਗਾ। ਸਰਕਾਰ ਨੂੰ ਪ੍ਰੈਜ਼ੀਡੈਂਟ ਰੂਲ ਲਾਉਣ ਦੀ ਲੋੜ ਹੀ ਕੋਈ ਨਹੀਂ। ਰਾਸ਼ਟਰਪਤੀ ਸ਼ਾਸਨ ਲੈ ਕੇ ਜਿਸ ਤਰੀਕੇ ਨਾਲ ਹੁਣ ਆਪਾਂ ਦੇਖਦੇ ਕਿ ਬੀਜੇਪੀ ਦੀ ਤਲਖੀ ਵੀ ਹੋ ਰਹੀ ਹੈ। ਪਹਿਲਾਂ ਟੋਲ ਪਲਾਜ਼ਾ ਤੇ ਅਸ਼ਵਨੀ ਕੁਮਾਰ ਤੇ ਹਮਲਾ, ਫਿਰ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਿੱਚ ਭਿੜਤ। ਫਿਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੀਜੇਪੀ ਵਾਲੇ ਚਾਹੁੰਦੇ ਨੇ ਕਿ ਰਾਸ਼ਟਰਪਤੀ ਸ਼ਾਸਨ ਲੱਗੇ, ਉਸ ਵਿੱਚ ਅੱਗੇ ਜਾ ਕੇ ਫਾਇਦਾ ਮਿਲੇਗਾ ਇਲੈਕਸ਼ਨਾਂ 'ਚ? ਦੇਖੋ, ਬੀਜੇਪੀ ਦਾ ਜਿਹੜਾ ਏਜੰਡਾ ਆ, ਬੀਜੇਪੀ ਦਾ ਏਜੰਡਾ ਘੱਟ ਹੈ, ਆਰਐਸਐਸ ਦਾ ਏਜੰਡਾ ਜ਼ਿਆਦਾ ਆ। ਉਹਨਾਂ ਨੇ ਹਮੇਸ਼ਾ ਹੀ ਇਹੋ ਜਿਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੂੰ ਐਂ ਲੱਗਦਾ ਵੀ ਇਦਾਂ ਕਰਕੇ ਅਸੀਂ ਇਦਾਂ ਕਰ ਲਾਂਗੇ ਤੇ ਆਹ ਗੇਮ ਸਾਡੇ ਹੱਥ 'ਚ ਆ ਜੂਗੀ। ਉਹ ਹੁਣ ਕੀ ਚਾਹ ਰਹੇ ਨੇ? ਉਹ ਧਾਰਮਿਕ ਜਿਹੜੀਆਂ ਭਾਵਨਾਵਾਂ ਤੇ ਸਾਡੀਆਂ ਜਿਹੜੀਆਂ ਜਾਤੀਵਾਦੀ ਭਾਵਨਾਵਾਂ ਨੇ ਉਹਨਾਂ ਦਾ ਟਕਰਾਓ ਕਰਵਾਉਣਾ ਚਾਹੁੰਦੀਆਂ ਨੇ ਬੀਜੇਪੀ। ਔਰ ਉਸ ਟਕਰਾਓ ਦੇ ਉੱਤੇ ਉਹ ਇਹੋ ਜਿਹਾ ਮਾਹੌਲ ਪੰਜਾਬ 'ਚ ਕ੍ਰੀਏਟ ਕਰਨਾ ਚਾਹੁੰਦੀ ਹੈ ਕਿ ਜਿਹਦੇ ਨਾਲ ਲੱਗੇ ਵੀ ਪੰਜਾਬ ਅਨਰੈਸਟ 'ਤੇ ਚਲਾ ਗਿਆ। ਇੱਥੇ ਹੀ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਹੋਰ ਦੱਸਦਾ ਤੁਹਾਡੇ ਚੈਨਲ ਦੇ ਥਰੂ। ਅਜੇ ਤਾਂ ਸਾਨੂੰ ਬਹੁਤ ਵੱਡੇ ਸ਼ੰਕਾ ਨੇ ਕਿ ਜਿਵੇਂ ਏਜੰਸੀਆਂ ਆਪਣੇ ਕੰਮ ਕਰਾਉਂਦੀਆਂ, ਪੰਜਾਬ ਦੇ ਵਿੱਚ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਕਿਸੇ ਵੀ ਵਿਅਕਤੀ ਦੇ ਨਾਲ, ਕਿਸੇ ਵੀ ਉਹਦੇ ਨਾਲ, ਔਰ ਉਹਦੇ ਵਿੱਚ ਸ਼ਾਇਦ ਏਜੰਸੀਆਂ ਦਾ ਸਭ ਤੋਂ ਵੱਡਾ ਰੋਲ ਹੋਵੇ। ਅੱਜ ਵੀ ਟਾਸਕ ਫੋਰਸ ਵਾਲਿਆਂ ਦੀ ਸਿੱਖ ਜਥੇਬੰਦੀਆਂ ਨਾਲ ਫਿਰ ਵੀ ਝਗੜਾ ਹੋਇਆ, ਤਲਵਾਰਾਂ ਫਿਰ ਅੱਜ ਨਿਕਲੀਆਂ ਅੰਮ੍ਰਿਤਸਰ ਦੇ ਵਿੱਚ। ਫਿਰ ਤੁਹਾਨੂੰ ਕੀ ਲੱਗਦਾ ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਐਂਟਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ? ਜਾਂ ਤੁਸੀਂ ਇੱਕ ਚੀਜ਼ ਦੇਖੋ, ਪੰਜਾਬ ਦੇ ਵਿੱਚ ਜਦੋਂ ਅਣਸੁਖਾਵੀਆਂ ਘਟਨਾਵਾਂ ਇਹ ਕਰਵਾਉਣਗੇ ਤੇ ਫਿਰ ਕਹਿਣਗੇ ਜੀ ਪੰਜਾਬ ਜਿਹੜਾ ਹੈਗਾ ਆ ਹੁਣ ਜਿਹੜਾ ਆ ਉਹ ਕੰਟਰੋਲ ਤੋਂ ਬਾਹਰ ਹੈ ਤੇ ਇੱਥੇ ਹੁਣ ਜਿਹੜਾ ਆ ਰਾਸ਼ਟਰਪਤੀ ਸ਼ਾਸਨ ਲਾਤਾ ਜਾਵੇ। ਸੋ ਗੱਲ ਇਹ ਹੈ ਕਿ ਸੰਭਵ ਹੋ ਸਕਦਾ, ਇਹ ਸੰਭਵ ਹੈਗਾ ਤੁਹਾਨੂੰ ਲੱਗਦਾ? ਮੈਂ ਦੇਖੋ ਇਹ ਇਹੋ ਜਿਹਾ ਕੰਮ ਕਰਨਗੇ ਜਿਹੜਾ ਪਹਿਲਾਂ ਮਸੀ ਪੰਜਾਬ ਜਿਹੜਾ ਹੈਗਾ ਆ ਉਹ ਆਪਣਾ 15 ਸਾਲ ਦੇ ਸੰਤਾਪ ਤੋਂ ਬਾਅਦ ਮਸੀ ਆਪਣੇ ਪੈਰਾਂ ਤੇ ਖੜਾ ਹੋਇਆ। ਔਰ ਇਹ ਕੰਮ ਜਿਹੜਾ ਹੈਗਾ ਪਹਿਲਾਂ ਗੱਲ ਹੋਰ ਸੀ, ਹੁਣ ਗੱਲ ਹੋਰ ਹੈ। ਕਿਤੇ ਇਹੋ ਜਿਹਾ ਕੰਮ ਕਰਕੇ ਜਿਹੜਾ ਜੇ ਕਿਤੇ ਇਹਨਾਂ ਨੂੰ ਇਹਦੇ ਸਿੱਟੇ ਬੜੇ ਮਾੜੇ ਭੁਗਤਣੇ ਪੈਣਗੇ, ਕਿਉਂਕਿ ਇਹ ਜਿਹੜੀ ਅੱਗ ਜਦੋਂ ਆਪਾਂ ਕਿਸੇ ਦੇ ਘਰ 'ਚ ਲਾਉਂਦੇ ਆ ਨਾ, ਇਹ ਆਪਣੇ ਘਰ ਤੱਕ ਆ ਹੀ ਜਾਂਦੀ ਹੁੰਦੀ ਹੈ। ਕਾਂਗਰਸ ਸਰਕਾਰ ਨੂੰ ਕੀ, ਤੁਹਾਨੂੰ ਤੁਹਾਡੀ ਸਰਕਾਰ ਹੈ, ਫਿਰ ਸੂਬੇ ਤੁਹਾਡੀ ਸਰਕਾਰ ਹੁਣ ਕੀ ਕਰੇਗੀ? ਜਿਸ ਤਰ੍ਹਾਂ ਤੁਸੀਂ ਹੁਣ ਗੱਲਾਂ ਸ਼ੇਅਰ ਕਰ ਰਹੇ ਹੋ ਕਿ ਹੋ ਸਕਦਾ ਰਾਸ਼ਟਰਪਤੀ ਸ਼ਾਸਨ ਵਾਸਤੇ ਕੋਈ ਏਜੰਸੀਆਂ ਇੱਥੇ ਸਤਰਕ ਹੋ ਜਾਣ ਜਾਂ ਕੋਈ ਇਹੋ ਜਿਹਾ ਕੰਮ ਕਰਨ, ਫਿਰ ਤੁਹਾਡੀ ਸਰਕਾਰ ਕੀ ਕਰੇਗੀ ਉਸ 'ਤੇ? ਅਸੀਂ ਤਾਂ ਆਪਣਾ ਕੰਮ ਕਰ ਹੀ ਰਹੇ ਹਾਂ। ਸਰਕਾਰ ਦਾ ਜਿਹੜਾ ਕੰਮ ਹੈ, ਜਿਹੜੀ ਸਰਕਾਰ ਦੀ ਇੰਟੈਲੀਜੈਂਸ ਹੈਗੀ ਹੈ, ਸਰਕਾਰ ਦਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਜਾਂ ਪੁਲਿਸ ਦਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦਾ, ਉਹ ਪੂਰਾ ਸਤਰਕ ਹੈ। ਔਰ ਕੋਸ਼ਿਸ਼ ਹੈ ਸਾਡੀ ਕਿ ਇਹੋ ਜਿਹੇ ਕਿ ਜਿਹੜੇ ਵੀ ਕੋਈ ਅਨਸਰ ਹੋਣਗੇ ਉਹਨਾਂ ਨੂੰ ਬੇਨਕਾਬ ਕਰਾਂਗੇ। ਜਿਸ ਕਾਰਨ ਬੀਜੇਪੀ ਦੇ ਹੁਣ ਹਮਲੇ ਦੀ ਗੱਲ ਮੈਂ ਕੀਤੀ, ਪਹਿਲਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਬੀਜੇਪੀ ਉੱਤੇ ਹਮਲੇ ਹੋ ਰਹੇ ਨੇ। ਅਸ਼ਵਨੀ ਕੁਮਾਰ ਨੇ ਵੀ ਕਿਹਾ ਤਾ ਕਿ ਮੈਨੂੰ ਕਾਂਗਰਸੀਆਂ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਨੇ ਕਿਤੇ ਕਿਸਾਨ ਦਾ ਨਾਂ ਨਹੀਂ ਲਿਆ ਵੀ ਕਾਂਗਰਸ ਨੇ ਹਮਲਾ ਕੀਤਾ। ਫਿਰ ਰਣਜੀਤ ਬਿੱਟੂ ਕਹਿ ਦਿੰਦੇ ਕਿ ਹਮਲਾ ਮੈਂ ਕਰਵਾਇਆ, ਮੇਰੇ ਤੇ ਪਰਚਾ ਦਰਜ ਕਰ ਲਓ, ਕਿਸਾਨਾਂ ਨੂੰ ਕੁਛ ਨਾ ਕਹੋ। ਉਸ ਤੋਂ ਬਾਅਦ ਜਾ ਕੇ ਫਿਰ ਨਵਾਂ ਸ਼ਹਿਰ ਦੇ ਵਿੱਚ ਜਾ ਕੇ ਆਪਸ ਵਿੱਚ ਭਿੜ ਜਾਂਦੇ ਨੇ। ਇਹ ਸਾਰਿਆਂ ਕੀ ਸਿੱਟਾ ਕੱਢਿਆ ਜਾਵੇ? ਬੀਜੇਪੀ ਫਿਰ ਚਾਹੁੰਦੀ ਕੀ ਹੈ? ਜਾਂ ਤੁਹਾਨੂੰ ਲੱਗਦਾ ਕਿ ਵਾਕਈ ਕਾਂਗਰਸ ਨੇ ਹਮਲਾ ਕਰਾਇਆ ਸੀ ਅਸ਼ਵਨੀ ਕੁਮਾਰ ਤੇ? ਦੇਖੋ, ਕਾਂਗਰਸ ਇਹੋ ਜਿਹੇ ਕੰਮ ਨਹੀਂ ਕਰਦੀ ਹੈਗੀ। ਦੇਖੋ, ਮੈਨੂੰ ਨਹੀਂ ਪਤਾ ਬਿੱਟੂ ਜੀ ਨੇ, ਮੈਂ ਤਾਂ ਕਿਤੇ ਸੁਣਿਆ ਨਹੀਂ ਗਾ, ਪਰ ਚਲੋ ਕਿਤੇ ਭਾਵਨਾਵਾਂ ਦੇ ਵਿੱਚ ਗੱਲ ਕਹੀ ਹੋਵੇ, ਨਾ ਹੀ ਕੋਈ ਇਹੋ ਜਿਹੀ ਗੱਲ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਦੇਖੋ, ਲੋਕ ਜਿਹੜੇ ਨੇ ਨਾ, ਜਦੋਂ ਆਪਾਂ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਆਉਂਦੇ ਆ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਆ। ਜੇ ਤੁਸੀਂ ਇੱਕ ਖਿੱਤੇ ਦੀਆਂ ਭਾਵਨਾਵਾਂ ਨੂੰ ਖਰਾਬ ਕਰੋਗੇ ਤਾਂ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਆਊਗੀ। ਔਰ ਗੁੱਸੇ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਇਨਸਾਨ ਹੁੰਦੇ ਨੇ। ਕੋਈ ਇੱਥੇ ਰਾਹ 'ਚ ਜਾਂਦਾ ਕਿਸੇ ਨੂੰ ਪੱਥਰ ਮਾਰ ਦਿੰਦਾ ਜਾਂ ਕੋਈ ਕਿਸੇ ਦਾ ਕੁਛ ਕਰ ਲੈਂਦਾ, ਕੋਈ ਕਿਸੇ ਕਹਿੰਦੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ। ਔਰ ਇਹਦੇ ਵਿੱਚ ਕੀ ਹੈਗਾ ਆ, ਕਈ ਵਾਰੀ ਕੋਈ ਇਹੋ ਜਿਹੇ ਅਨਸਰ ਵੀ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਲਾਈਮਲਾਈਟ 'ਚ ਲਿਆਉਣਾ ਚਾਹੁੰਦੇ ਨੇ, ਔਰ ਇਹ ਤਰੀਕੇ ਨੇ ਲਾਈਮਲਾਈਟ 'ਚ ਆਉਣ ਦੇ। ਸੋ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਪੰਜਾਬ ਸਰਕਾਰ ਸਤਰਕ ਆ, ਸਾਡੇ ਵੱਲੋਂ ਪੂਰਾ ਉਹ ਹੈ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ, ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਜਿਹੇ ਜਿਹੀਆਂ ਵਿਉਂਤਬੰਦੀਆਂ ਘੜ ਰਹੀ ਹੈ, ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ। ਇਹਨਾਂ ਵਿਉਂਤਬੰਦੀਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ, ਕਿਉਂਕਿ ਬੇਸਿਕਲੀ ਕੀ ਹੈਗਾ ਆ, ਦੇਖੋ ਇੱਕ ਗੱਲ ਇੱਥੇ ਕਰਨੀ ਪਊਗੀ। ਸਾਰੀਆਂ ਗੱਲਾਂ ਪਾਸੇ ਰੱਖ ਦਿਓ ਕਿ ਅੱਜ ਮੋਦੀ ਤੇ ਬੀਜੇਪੀ ਤੇ ਆਰਐਸਐਸ ਉਹ ਇੱਕ ਹਿਟਲਰ ਸ਼ਾਹੀ ਹਕੂਮਤ ਕਰਨਾ ਚਾਹੁੰਦੀਆਂ ਨੇ ਹਿੰਦੁਸਤਾਨ ਦੇ ਉੱਤੇ। ਸਾਡੇ ਜਿਹੜਾ ਸੰਵਿਧਾਨ ਹੈ ਉਹਨੂੰ ਸਿੱਕੇ 'ਤੇ ਟੰਗ ਕੇ ਜਿੰਨੇ ਵੀ ਸਾਡੇ ਇੰਸਟੀਟਿਊਸ਼ਨ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਸਾਡਾ ਦੇਸ਼ ਦਾ ਜਿਹੜਾ ਇਹ ਸਿਸਟਮ ਖੜਾ ਸੀ, ਚਾਹੇ ਉਹ CBI ਹੈ, ਚਾਹੇ ED ਹੈ, ਚਾਹੇ ਉਹ ਇਨਕਮ ਟੈਕਸ ਹੈ, ਚਾਹੇ ਉਹ ਸਾਡੀ ਜੁਡੀਸ਼ਰੀ ਹੈ, ਚਾਹੇ ਉਹ ਤੁਹਾਡੀ ਪ੍ਰੈਸ ਹੈ, ਜਾਂ ਮਤਲਬ ਜਿਹੜੇ ਇਹੋ ਜਿਹੇ ਇੰਸਟੀਟਿਊਸ਼ਨ ਨੇ, ਇਹਨਾਂ ਇੰਸਟੀਟਿਊਸ਼ਨਸ ਦੇ ਉੱਤੇ
ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਕਬਜ਼ੇ 'ਚ ਕਰਕੇ ਇਹਨਾਂ ਦਾ ਮਿਸ ਯੂਟੀਲਾਈਜੇਸ਼ਨ ਕਰ ਰਹੇ ਆ। ਉਧਰੋਂ ਤਾਂ ਐਡਾ ਵੱਡਾ ਫਾਰਮ ਬਿੱਲਾਂ ਦਾ ਰੌਲਾ ਹੈ, ਉਧਰੋਂ ਹਾਥਰਸ ਦੇ ਉੱਤੇ ਇੱਕ ਦਲਿਤ ਲੜਕੀ ਨਾਲ ਐਡਾ ਵੱਡਾ ਕਾਂਡ ਹੁੰਦਾ, ਉਧਰੋਂ ਸੁਸ਼ਾਂਤ ਦੇ ਜਿਹੜੀ ਮਿਸਟਰੀ ਹੈ ਉਹ ਸਾਰਾ ਦਿਨ ਟੀਵੀ ਤੇ ਚੱਲਦੀ ਰਹਿੰਦੀ ਹੈ। ਮੈਨੂੰ ਚਲੋ ਤੁਹਾਡਾ ਕਿਤੇ ਨਾ ਕਿਤੇ ਮੀਡੀਆ ਵੀ ਘੇਰੇ 'ਚ ਹੈਗਾ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ? ਘੇਰੇ 'ਚ ਨਹੀਂਗਾ ਮੀਡੀਆ, ਉਹਨਾਂ ਦਾ ਗੋਦੀ ਮੀਡੀਆ ਬਣਿਆ ਹੋਇਆ, ਬਹੁਤ ਵੱਡਾ ਇੱਕ ਮੀਡੀਆ ਦਾ ਸੈਕਸ਼ਨ ਜਿਹੜਾ ਉਹ ਗੋਦੀ ਮੀਡੀਆ ਬਣਿਆ ਹੋਇਆ ਹੈ, ਔਰ ਸਾਰੀ ਦੁਨੀਆ ਨੂੰ ਇਹ ਪਤਾ ਆ, ਔਰ ਤੁਹਾਨੂੰ ਵੀ ਪਤਾ ਆ। ਤੁਸੀਂ ਮੀਡੀਆ ਦੇ ਵਿੱਚੋਂ ਤੁਹਾਡੇ ਸਾਥੀ ਤੁਹਾਨੂੰ ਦੱਸਦੇ ਹੀ ਹੈ ਵੀ ਯਾਰ ਮਜਬੂਰੀ ਆ ਹੈਗੀ ਹੈ। ਮੈਂ ਕਈ ਵਾਰੀ ਦੇਖਦਾ ਬਾਈਟ ਲੈ ਕੇ ਜਾਂਦੇ ਨੇ, ਜਿਹੜੀ ਕਿ ਉਹਨਾਂ ਦੇ ਕੰਮ ਦੀ ਹੁੰਦੀ ਹੈ ਉਹਨੂੰ ਵਿੱਚੋਂ ਕੱਟ ਲੈਂਦੇ ਆ। ਦੂਜੀ ਜੇ ਉਹਨਾਂ ਨੂੰ ਕਹਿ ਦੋ ਲਾਈਵ ਕਰਨਾ ਆ ਤੇ ਕਈ ਤਾਂ ਐਂ ਹੀ ਹੱਥ ਹੀ ਜੋੜ ਜਾਂਦੇ ਨੇ। ਅੰਬਾਨੀ ਦੇ ਚੈਨਲ ਵਾਲੇ ਕਹਿੰਦੇ ਯਾਰ ਲਾਈਵ ਦੇਖੀ ਕਿਤੇ ਸਾਡੇ ਨਾਂ ਹੀ ਨਾ ਲੈ ਦੀ ਮਾਲਕ ਦਾ। ਤੇ ਮਤਲਬ ਇਹ ਕੀ ਹੈ ਫਿਰ? ਇਹ ਕੀ ਹੈ? ਇਹ ਉਹੀ ਹੈ ਨਾ, ਫਿਰ ਗੋਦੀ ਮੀਡੀਆ ਹੀ ਹੈ ਨਾ, ਜੋ ਚਾਹੁੰਦੇ ਨੇ ਉਹੀ ਦਿਖਾਉਣਾ ਚਾਹੁੰਦੇ ਨੇ। ਪਰ ਇੱਦਾਂ ਥੋੜ੍ਹਾ ਸੀਗਾ। ਦੇਸ਼ ਦੇ ਸੰਵਿਧਾਨ ਦੇ ਵਿੱਚ, ਦੇਸ਼ ਦੇ ਕਾਨੂੰਨ ਦੇ ਵਿੱਚ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਹੈ, ਦੇਸ਼ ਵਾਸਤੇ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹਨੂੰ ਇੱਕ ਪਾਵਾ ਮੰਨਿਆ ਜਾਂਦਾ ਹੈ, ਜੁਡੀਸ਼ਰੀ ਨੂੰ ਇੱਕ ਪਾਵਾ ਮੰਨਿਆ ਜਾਂਦਾ ਹੈ, CBI ਤੇ ED ਇੱਕ ਪਾਵਾ ਮੰਨਿਆ ਜਾਂਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਜਦੋਂ ਇਹਨਾਂ ਦੇ ਉੱਤੇ ਹਮਲੇ ਹੋਣਗੇ, ਜਦੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਹਿੱਤਾਂ ਲਈ ਵਰਤਿਆ ਜਾਊਗਾ। ਇਹ ਕਿਹਨੇ ਕੀਤਾ ਸੀ ਪਹਿਲਾਂ? ਇਹ ਅੱਜ ਤੋਂ ਪਹਿਲਾਂ ਜਦੋਂ ਤੁਸੀਂ ਹਿਟਲਰ ਸ਼ਾਹੀ ਰਾਜ ਨੂੰ ਜੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਕਿ ਹਿਟਲਰ ਨੇ ਇਹ ਸਾਰਾ ਕੁਝ ਹੀ ਕੀਤਾ ਸੀ। ਇਹ ਸਾਰਾ ਕੁਝ ਕੀਤਾ ਸੀ। ਮੇਰੇ ਕੋਲ ਟਾਈਮ ਥੋੜਾ, ਮੈਂ ਇੱਕ ਕੀਤਾ ਸੀ ਉਹਨੇ। ਮੈਂ ਇੱਕ ਸਵਾਲ ਹੈ ਕਿ ਜੇ ਲੋੜ ਪੈ ਗਈ ਪੰਜਾਬ ਵਿੱਚ ਸਰਕਾਰ ਭੰਗ ਕਰਨੀ, ਫਿਰ ਭੰਗ ਕਰੋਗੇ ਜੇ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਜੋ ਦਬਾਅ ਪੈਂਦਾ ਤਾਂ? ਨਹੀਂ, ਅਸੀਂ ਦੇਖੋ ਇੱਕੋ ਗੱਲ ਕਹੀਏ, ਰਾਸ਼ਟਰਪਤੀ ਦਾ ਸ਼ਾਸਨ ਤੇ ਉਤਲਿਆਂ ਨੇ ਲਾਉਣਾ, ਅਸੀਂ ਤਾਂ ਲਾਉਣਾ ਨਹੀਂਗਾ। ਜੋ ਕਹਿਣਗੇ ਵੀ ਸਰਕਾਰ ਭੰਗ ਦੀ ਲੋੜ ਪੈ ਗਈ, ਫਿਰ ਉਹ ਕਹਿਣਗੇ ਵੀ ਹਾਂ ਵੀ ਭਾਈ ਅਸੀਂ ਭੰਗ ਕਰਨੀ ਹੈ, ਤੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਲੈ ਲੈਣ, ਉਹ ਤਾਂ ਜੇਬ 'ਚ ਪਿਆ ਅਸਤੀਫਾ, ਐਂ ਜਾਊਗਾ ਉਹਦੇ ਉੱਤੇ ਮੇਲ ਦੇ ਉੱਤੇ ਪਿਆ ਬਣਾ ਕੇ, ਠਾਹ ਦੇ ਕੇ ਇੱਕ ਬਟਨ ਨਹੀਂ ਦੱਬਣਾ, ਜਾਊਗਾ ਐਨ ਉੱਡਦਾ ਹੋਇਆ। ਇਹ ਸਨ ਸਾਡੇ ਕੁਲਜੀਤ ਸਿੰਘ ਨਾਗਰਾ। ਤੁਸੀਂ ਸਾਰਾ ਹੀ ਵਿਭਾਗ ਇੰਟਰਵਿਊ ਸੁਣਿਆ, ਔਰ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ, ਜਿਵੇਂ ਇਹਨਾਂ ਨੇ ਮੀਡੀਆ ਦੇ ਸਵਾਲ ਕਹੇ ਨੇ, ਮੈਂ ਕੁਲਜੀਤ ਸਿੰਘ ਨਾਗਰਾ ਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਸਾਰੀ ਇੰਟਰਵਿਊ ਇਹਨਾਂ ਦੀ ਐਦਾਂ ਹੀ ਚੱਲੇਗੀ ਬਿਨਾਂ ਕੁਝ ਕੱਟੇ। ਤਾਂ ਆਪਾਂ ਫਿਰ ਨਵੇਂ ਸ਼ਖਸ ਨਾਲ ਗੱਲਬਾਤ ਕਰਾਂਗੇ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਲੋੜ ਪੈ ਗਈ ਸਰਕਾਰ ਭੰਗ ਕਰਨੀ, ਪੰਜਾਬ ਦੇ ਵਿੱਚ ਸਰਕਾਰ ਵੀ ਭੰਗ ਕੀਤੀ ਜਾਏਗੀ, ਪਰ ਦਿਸ਼ਾ ਜਿਹੜੀ ਹੈਗੀ ਹੈ ਉਹ ਕਿਸ ਪਾਸੇ ਜਾਏਗੀ, ਕਿਸਾਨ ਕੀ ਚਾਹੁੰਦੇ ਨੇ ਇਹ ਉਹ ਸਭ ਨੂੰ ਪਤਾ ਹੈ। ਪਰ ਕੀ ਇਸ ਚੀਜ਼ ਦਾ ਹੱਲ ਹੋਏਗਾ? ਹਰ ਇੱਕ ਵਿਅਕਤੀ ਹੱਲ ਪਿੱਛੇ ਹੈ ਕਿ ਬਿੱਲਾਂ ਦਾ ਹੱਲ ਹੋ ਜਾਵੇ।